हेलो एवरीवन, वेरी गुड इवनिंग टू ऑल। वेलकम टू सक्सैस टी पंजाब। सफलता के रुख थोड़ा सादा दी का स्वागत है। मेरा नाम है जसकरण सिंह। मेरे वालों थोड़ा सारे प्यार भरी सत श्री अकाल। जिवें कि थोड़ा सारे पता है, जी ये सीरीज़ है मंडे टू सैटरडे चलती है, रात 9 बजे थोड़ा सक्सैस टी पंजाब के यूट्यूब चैनल पर देखने को मिलूगी। लेकिन लास्ट संडे की क्लास नहीं हुई सी, तो आप अज की कर रहे हैं। अज जी क्लास होगी, अज पिछला जो अपना 10 तारीख से ਉਹਦੇ ਤੇ ਜਿਹੜੀ ਅੱਜ ਦਾ ਦਿਨ ਹੈ 12, ਇਹ ਦੋਨਾਂ ਦੇ ਜਿਹੜੇ ਆਪਣੇ MCQ ਆਪਾਂ ਉਹ ਕਵਰ ਕਰ ਲਾਂਗੇ। मतलब ਜਿਹੜੀ ਦਿਨ ਕਲਾਸ ਨਹੀਂ ਲੱਗੀ ਉਹ ਆਪਾਂ ਅੱਜ ਹੀ ਸਾਰਾ ਕੁਝ ਕਵਰ ਕਰ ਲਾਂਗੇ, ਤਾਂ ਕਿ ਤੁਹਾਨੂੰ ਵੀ ਇੱਦਾਂ ਨਾ ਲੱਗੇ ਵੀ ਕੋਈ ਦਿਨ ਮਿਸ ਹੋ ਗਿਆ। ਓਕੇ, ਚਲੋ ਜੀ ਸਟਾਰਟਿੰਗ ਕਰਦੇ ਹਾਂ। ਦੇਖਦੇ ਹਾਂ ਅੱਜ ਦੇ ਸੈਸ਼ਨ ਦਾ ਸਭ ਤੋਂ ਪਹਿਲਾ ਕੁਐਸਚਨ। ਸਭ ਤੋਂ ਪਹਿਲਾ ਕੁਐਸਚਨ ਦੇਖੋ ਆਪਣੇ ਕੋਲ ਕੀ ਹੈ। ਹਾਊ ਮੈਨੀ ਇੰਡੀਅਨ ਵੂਮਨ ਵਰ ਇੰਕਲੂਡਡ ਇਨ ਦੀ ਰੀਸੈਂਟਲੀ ਰਿਲੀਜ਼ ਫੋਰਬ ਲਿਸਟ। ਜਿਹੜੀ ਰੀਸੈਂਟਲੀ ਫੋਰਬ ਲਿਸਟ ਰਿਲੀਜ਼ ਹੋਈ ਸੀ ਜਿਹਦੇ ਵਿੱਚ 100 ਦੀ ਲਿਸਟ ਸੀ, ਉਹਦੇ ਵਿੱਚੋਂ ਰੀਸੈਂਟਲੀ ਜਿਹੜੇ ਵੂਮਨ 6 ਵੂਮਨ ਜਿਹੜੇ ਇੰਡੀਅਨ ਵੂਮਨ ਐਡ ਹੋਏ ਨੇ ਉਹਨਾਂ ਦੀ ਗੱਲ ਕੀਤੀ ਹੈ ਵੀ ਕਿੰਨੇ ਵੂਮਨ ਐਡ ਹੋਏ ਨੇ, ਤਾਂ ਆਪਣੇ ਕੋਲ ਕਿੰਨਾ ਆ ਜਾਊਗਾ 6 ਇੰਡੀਅਨ ਵੂਮਨ ਸੀਗੇ। ਉਹਦੇ ਵਿੱਚੋਂ ਕਿੰਨੇ ਇੰਡੀਅਨ ਵੂਮਨ ਸੀਗੇ? 6 ਇੰਡੀਅਨ ਵੂਮਨ ਸੀਗੇ। ਠੀਕ ਹੈ, ਹੁਣ ਜਿਹੜਾ ਤੁਹਾਡੇ ਲਈ ਜਿਹੜਾ ਕੰਮ ਹੈ ਅੱਜ ਲਈ, ਤੁਹਾਡਾ ਕੰਮ ਥੋੜਾ ਜ਼ਿਆਦਾ ਹੋ ਜਾਣਾ ਹੈ। ਜਿਹੜੇ 6 ਵੂਮਨ ਸੀ ਇਹਨਾਂ ਦੇ ਨੇਮ ਵਿਦ ਰੈਂਕ ਇਹ ਚੀਜ਼ ਦੱਸ ਦਿਓ। ਨੇਮ ਤੇ ਰੈਂਕ ਇਹ ਦੱਸ ਦਿਓ। ਤੇ ਇਹ ਮਤਲਬ ਜਿੱਥੇ ਕੰਮ ਕਰਦੇ ਨੇ, ठीक है, ਜਿਹੜੀ ਕੰਪਨੀ ਜਿਹੜੀ ਫੀਲਡ ਜਾਂ ਜਿਹੜੀ ਮਤਲਬ ਜਿਹਦੇ ਵੀ ਫਾਊਂਡਰ ਨੇ ਉਹਦੇ ਬਾਰੇ ਇੱਕ ਵਾਰੀ ਪੜ੍ਹ ਲਿਓ। ਮਤਲਬ ਆਪਣੀ ਅੱਖੀ ਕੱਢ ਲਿਓ, ਆਪਣੇ ਦਿਮਾਗ ਦੇ ਵਿੱਚੋਂ ਕੱਢ ਲਿਓ, ਤਾਂ ਕਿ ਤੁਹਾਨੂੰ ਯਾਦ ਰਹਿ ਜੇ। ਮੈਂ ਇਹ ਚੀਜ਼ ਲਿਖਣ ਲਈ ਨਹੀਂ ਕਹਿ ਰਿਹਾ ਕਿਉਂਕਿ ਥੋੜਾ ਜ਼ਿਆਦਾ ਵੱਡਾ ਹੋ ਜਾਊਗਾ। ਅਗਰ ਤੁਸੀਂ ਲਿਖਣਾ ਚਾਹੁੰਦੇ ਹੋ ਵੈਲ ਐਂਡ ਗੁੱਡ ਹੈ, ਕਿਉਂਕਿ ਜਿੰਨਾ ਜ਼ਿਆਦਾ ਲਿਖੋਗੇ ਉਨੀ ਜ਼ਿਆਦਾ ਹੀ ਤੁਹਾਡੀ ਪ੍ਰੈਕਟਿਸ ਹੋਊਗੀ। ਓਕੇ, ਇੱਕ ਤਾਂ ਇਹ ਹੋ ਗਿਆ। ਉਸ ਤੋਂ ਬਾਅਦ ਇੱਕ ਇਹ 'ਚ ਹੋਰ ਇੰਪੋਰਟੈਂਟ ਚੀਜ਼ ਸੀ। ਇੱਕ ਹੋਰ ਇੰਪੋਰਟੈਂਟ ਕੀ ਸੀ? ਜਿਹੜੇ ਫਸਟ 3 ਨੇਮ ਨੇ, ਜਿਹੜੇ ਫਸਟ 3 ਰੈਂਕ ਨੇ ਉਹਨਾਂ ਬਾਰੇ ਵੀ ਦੱਸ ਦਿਓ ਵੀ ਪਹਿਲੇ ਰੈਂਕ 'ਤੇ ਕੌਣ ਆਇਆ, ਦੂਜੇ ਰੈਂਕ 'ਤੇ ਕੌਣ ਆਇਆ, ਤੀਜੇ ਰੈਂਕ 'ਤੇ ਕੌਣ ਆਇਆ। ਇਹ ਤਿੰਨਾਂ ਰੈਂਕ ਬਾਰੇ ਵੀ ਦੱਸ ਦਿਓ। ਪਹਿਲੇ 2 ਰੈਂਕ EU ਨਾਲ ਮਤਲਬ ਰਿਲੇਟਡ ਨੇ, ਯੂਰਪੀਅਨ ਯੂਨੀਅਨ ਨਾਲ। ਜਿਹੜਾ ਤੀਜਾ ਰੈਂਕ ਆ ਉਹ US ਨਾਲ ਰਿਲੇਟਡ ਹੈ। ਠੀਕ ਹੈ, ਇਸ ਤੋਂ ਵੱਡੀ ਹਿੰਟ ਨਹੀਂ ਦਿੰਦਾ। ਠੀਕ ਹੈ, ਉਸ ਤੋਂ ਬਾਅਦ ਇੱਕ ਹੋਰ ਇਹਦੇ ਵਿੱਚ ਰੈਂਕ ਇੰਪੋਰਟੈਂਟ ਸੀ ਆਪਣੇ ਕੋਲ। ਉਹ ਕਿਹੜਾ ਰੈਂਕ ਸੀ? 100th ਰੈਂਕ। ਠੀਕ ਹੈ, 100 ਨੰਬਰ 'ਤੇ ਜਿਹੜਾ ਰੈਂਕ ਆਇਆ ਸੀ ਉਹ ਰੈਂਕ ਵੀ ਆਪਣੇ ਲਈ ਇੰਪੋਰਟੈਂਟ ਸੀ। ਓਕੇ, ਚਲਿਏ। Recently, with which country India has announced to celebrate December 6 as मैत्री दिवस? December 6 ਨੂੰ मैत्री दिवस ਜਾਂ फाउंडेशन डे इंडिया ने ਕਿਹੜੀ ਹੈ ਜੀ ਕੰਟਰੀ ਨਾਲ ਮਿਲ ਕੇ ਡਿਸਾਈਡ ਕੀਤਾ ਵੀ ਅਸੀਂ ਇਸ ਦਿਨ ਨੂੰ 6 ਦਸੰਬਰ ਨੂੰ ਕੀ ਮਨਾਵਾਂਗੇ? ਅਸੀਂ ਫਰੈਂਡਸ਼ਿਪ ਡੇ ਜਾਂ मैत्री दिवस ਅਸੀਂ ਸੈਲੀਬ੍ਰੇਟ ਕਰਾਂਗੇ। ਤਾਂ ਆਪਣੇ ਕੋਲ ਕਿਹਦੇ ਵਿੱਚ ਆ ਜਾਊਗਾ? ਬੰਗਲਾਦੇਸ਼। ਕਿਹੜੀ ਕੰਟਰੀ ਆ ਉਹ? ਬੰਗਲਾਦੇਸ਼। ਉਹਦੇ ਪਿੱਛੇ ਰੀਜ਼ਨ ਕੀ ਆ? 1971 ਦੇ ਵਿੱਚ ਵਾਰ ਹੋਈ ਸੀ, 97 ਦੇ ਵਿੱਚ ਵਾਰ ਹੋਈ ਸੀ। ਉਸ ਵਾਰ ਦੇ ਵਿੱਚ ਬੰਗਲਾਦੇਸ਼ ਦੀ ਹੈਲਪ ਕੀਤੀ ਸੀ ਕਿੰਨੇ? ਇੰਡੀਆ ਨੇ ਹੈਲਪ ਕੀਤੀ ਸੀ। ਠੀਕ ਹੈ, ਜਿਹਦੇ ਕਰਕੇ ਰੀਸੈਂਟਲੀ ਹਾਊ ਮਚ % ਇੰਕਰੀਮੈਂਟ ਇਨ ਦੀ ਰੈਪੋ ਰੇਟ ਵਾਸ ਮੇਡ ਬਾਈ RBI। ਹੁਣ RBI ਨੇ ਰੀਸੈਂਟਲੀ ਕੀ ਕੀਤਾ ਹੈ? ਰੈਪੋ ਰੇਟ ਨੂੰ ਇੰਕਰੀਜ਼ ਕਰਤਾ। ਰੈਪੋ ਰੇਟ ਨੂੰ ਇੰਕਰੀਜ਼ ਕਰਤਾ। ਉਹ ਰੈਪੋ ਰੇਟ ਕਿੰਨੀ ਇੰਕਰੀਜ਼ ਕੀਤੀ ਹੈ? ਤਾਂ ਆਪਣੇ ਕੋਲ ਕਿੰਨਾ ਆ ਜਾਊਗਾ? 35 ਬੇਸਿਸ ਪੁਆਇੰਟ। किने 35 बेसिस पॉइंट इंक्रीज़ की है। तो अपने को कितना आ गया? 0.35, क्योंकि 35% भी कह देंगे या 0.35 भी बोल दो। ओके, चलो ये हो गया। हुण मेरा क्वेश्चन तुहाडे कोल की है? ठीक है, एक 35 इंक्रीज़ करन तो बाद हुण रैपो रेट कितनी हो चुकी? हुण रैपो रेट कितनी हो चुकी? तो इस तो पहला कितनी सी? तो इस तो पहला कितनी सी? लेकिन अगर आप गल करिए 2 महीने पहला, 2 महीने पहला भी रैपो रेट दे विच कुछ चेंज आया सी। 2 months ago 2 ਮਹੀਨੇ ਪਹਿਲਾਂ ਵੀ ਰੈਪੋ ਰੇਟ ਦੇ ਵਿੱਚ ਕੁਝ ਚੇਂਜ ਆਇਆ ਸੀ। ਤਾਂ ਉਦੋਂ ਪਹਿਲਾਂ ਕਿੰਨੀ ਸੀ, ਬਾਅਦ 'ਚ ਕਿੰਨੀ ਹੋ ਗਈ ਸੀ, ਤੇ ਉਦੋਂ ਰੈਪੋ ਰੇਟ ਦੇ ਵਿੱਚ ਕਿੰਨੇ ਬੇਸਿਸ ਪੁਆਇੰਟ ਜਿਹੜੇ ਉਹ ਸੀ ਮਤਲਬ ਇੰਕਰੀਜ਼ ਕੀਤਾ ਗਿਆ ਸੀ। ਇਹ ਦੋਨੋਂ ਚੀਜ਼ਾਂ ਦੱਸ ਦਿਓ। ਹੁਣ ਰੈਪੋ ਰੇਟ ਦੀ ਗੱਲ ਕਰੀਏ ਤਾਂ ਆਪਣੇ 'ਚ MPC ਵੀ ਆ ਜਾਂਦਾ। ਠੀਕ ਹੈ, MPC ਵੀ ਆ ਜਾਂਦਾ। MPC ਕੀ ਚੀਜ਼ ਹੈ ਇਹ ਦੱਸ ਦਿਓ। ਠੀਕ ਹੈ, ਇਹਦੇ ਵਿੱਚ ਮੈਂਬਰ ਕਿੰਨੇ ਹੁੰਦੇ ਨੇ ਇਹ ਦੱਸ ਦਿਓ। ਕਦੋਂ ਫਾਰਮ ਹੋਈ ਸੀ ਇਹ ਦੱਸ ਦਿਓ। ਠੀਕ ਹੈ, ਇਹਦੇ ਵਿੱਚ ਮੇਨ ਜਿਹੜੇ ਪੁਆਇੰਟ ਆਉਂਦੇ ਆ MPC ਬਾਰੇ ਉਹ ਸਾਰੇ ਕੁਝ ਤੁਸੀਂ ਦੱਸਣੇ ਆ। ਚਲੋ, ਹੂ ਇਨੋਗ੍ਰੇਟਡ ਦੀ ਫਸਟ ਡਰੋਨ ਸਕਿੱਲ ਟ੍ਰੇਨਿੰਗ ਕਾਨਫਰੰਸ ਹੈਲਡ ਇਨ ਚੇਨਈ। ਚੇਨਈ ਦੇ ਵਿੱਚ ਜਿਹੜੀ ਟ੍ਰੇਨਿੰਗ ਕਾਨਫਰੰਸ ਸੀ ਉਹ ਕਿਹਦੇ ਦੁਆਰਾ ਹੈਲਡ ਕੀਤੀ ਗਈ ਸੀ? ਤਾਂ ਆਪਣੇ ਕੋਲ ਕੀ ਆ ਜਾਊਗਾ? ਅਨੁਰਾਗ ਠਾਕੁਰ ਦੁਆਰਾ। ਕਿਹਦੇ ਦੁਆਰਾ? ਅਨੁਰਾਗ ਠਾਕੁਰ ਦੁਆਰਾ ਉਹ ਚੀਜ਼ ਨੂੰ ਕੀ ਕੀਤਾ ਗਿਆ ਸੀ? ਕਾਨਫਰੰਸ ਨੂੰ ਇਨੋਗ੍ਰੇਟ ਕੀਤਾ ਗਿਆ ਸੀਗਾ। ਠੀਕ ਹੈ, ਹੁਣ ਜਿਹੜੇ ਡਰੋਨ ਸੀ ਇਹਦੇ ਵਿੱਚ ਇੱਕ ਆਪਰੇਸ਼ਨ ਵੀ ਚੱਲਿਆ ਸੀ। ਇਹਦੇ ਵਿੱਚ ਇੱਕ ਆਪਰੇਸ਼ਨ ਵੀ ਸ਼ੁਰੂ ਕੀਤਾ ਸੀ। ਉਹ ਆਪਰੇਸ਼ਨ ਕਿਹੜਾ ਸੀ? ਆਪਰੇਸ਼ਨ ਦਾ ਕੀ ਨਾਮ ਸੀ? ਆਪਰੇਸ਼ਨ ਕਾਹਦੇ ਲਈ ਸ਼ੁਰੂ ਕੀਤਾ ਸੀ? ਕੀ ਰੀਜ਼ਨ ਸੀਗੇ ਉਹ ਵੀ ਦੱਸ ਦਿਓ। ਜਿਸ ਰੀਜ਼ਨ ਕਰਕੇ ਇਹ ਜਿਹੜਾ ਆਪਰੇਸ਼ਨ ਹੈ ਇਹਨੂੰ ਸ਼ੁਰੂ ਕੀਤਾ ਗਿਆ ਸੀ। ਠੀਕ ਹੈ, ਹੋਰ ਇਹ 'ਚ ਇੰਪੋਰਟੈਂਟ ਪੁਆਇੰਟ ਕਰਨਾ ਕੁਛ ਨਹੀਂ ਹੈ। ਠੀਕ ਹੈ, ਹਾਂ ਇਹਦਾ ਦੱਸ ਦਿਓ ਵੀ ਜਿਹੜੇ ਡਰੋਨਸ ਨੇ ਉਹ ਕਿਹੜੀ ਕੰਪਨੀ ਦੁਆਰਾ
ਬਣਾਏ ਜਾ ਰਹੇ, ਕਿਹੜੀ ਕੰਪਨੀ ਦੇ ਉਹ ਡਰੋਨ ਸੀਗੇ, ਇਹ ਦੱਸ ਦਿਓ। Recently, in which state did the tribal minister organize a one day Abua Bugin Hodmo Our Better Health campaign? ਇਹ ਕਿਹੜੀ ਮਤਲਬ ਰਾਜ ਸੀ, ਕਿਹੜਾ ਇੰਡੀਆ ਦੀ ਐਜੀ ਸਟੇਟ ਸੀ ਜਿਹਦੇ ਵਿੱਚ ਇਹ ਸਕੀਮ ਚਲਾਈ ਗਈ ਹੈ? ਤਾਂ ਆਪਣੇ ਕੋਲ ਕੀ ਆ ਜਾਊਗਾ? ਝਾਰਖੰਡ। ਮਤਲਬ ਜਿਹੜਾ ਵੀ ਉੱਥੇ ਟਰਾਈਬਲ ਏਰੀਆ ਸੀ, ਟਰਾਈਬਲ ਏਰੀਆ ਜਿਹੜੇ ਡਿਜ਼ੀਜ਼ ਸੀਗੇ, ਠੀਕ ਹੈ, ਉਹਨਾਂ ਨੂੰ ਮਤਲਬ ਰੈਕਟੀਫਾਈ ਕਰਨਾ, ਆਇਡੈਂਟੀਫਾਈ ਕਰਨਾ, ਉਹਨਾਂ ਨੂੰ ਇੰਪਰੂਵ ਕਰਨਾ, ਉਹਨਾਂ ਨੂੰ ਮੈਡੀਸਿਨ ਦੇਣਾ, ਮਤਲਬ ਸਾਰਾ ਦਾ ਸਾਰਾ ਕੀ ਸੀ? ਫ੍ਰੀ ਹੋ ਰਿਹਾ ਸੀ, ਸਾਰਾ ਦਾ ਸਾਰਾ ਫ੍ਰੀ ਸੀ। ਤਾਂ ਇਹਦੇ ਵਿੱਚ ਸਿਰਫ ਝਾਰਖੰਡ ਨਹੀਂ, ਝਾਰਖੰਡ ਦੇ ਆਲੇ ਦੁਆਲੇ ਜਿਹੜੇ ਸਟੇਟ ਸੀਗੀਆਂ ਉਹ ਵੀ ਮਤਲਬ ਇਹਦੇ ਵਿੱਚ ਮਤਲਬ ਪਾਰਟੀਸਪੇਟ ਕਰ ਰਹੇ ਸੀ, ਉੱਥੋਂ ਦੇ ਡਾਕਟਰ ਸੀਗੇ ਉਹ ਵੀ ਇਹਦੇ ਵਿੱਚ ਮਤਲਬ ਕਾਫੀ ਮਤਲਬ ਇੰਕਲੂਡਡ ਸੀਗੇ। Recently, Arun Kumar Singh has been appointed as the chairman of which Indian ਮਹਾਰਤਨਾ ਕੰਪਨੀ? ਕਿਹੜੀ ਹੈ ਜੀ ਇੰਡੀਆ ਦੀ ਮਹਾਰਤਨਾ ਕੰਪਨੀ ਆ ਜਿਹਦੇ ਵਿੱਚ ਅਰੁਣ ਕੁਮਾਰ ਸਿੰਘ ਨੂੰ ਕੀ ਬਣਾਤਾ? ਚੇਅਰਮੈਨ ਬਣਾਤਾ ਜਾਂ ਐਮਡੀ ਬਣਾਤਾ, ਦੋਨੋਂ ਹੀ ਪੁੱਛਣਾ ਨਹੀਂ। ਤਾਂ ਆਪਣੇ ਕੋਲ ਕੀ ਆ ਜਾਊਗਾ? ONGC, ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ। ਲੇਕਿਨ ਇਸ ਤੋਂ ਪਹਿਲਾਂ ਅਗਰ ਪੁੱਛਿਆ ਜਾਵੇ ਅਰੁਣ ਕੁਮਾਰ ਜੀ ਕਿੱਥੇ ਕੰਮ ਕਰਦੇ ਸੀ, ਤਾਂ ਆਪਣੇ ਕੋਲ ਕੀ ਆ ਜਾਊਗਾ? BPCL, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ। ਪਹਿਲਾਂ ਕਿੱਥੇ ਸੀ? ਭਾਰਤ ਪੈਟਰੋਲੀਅਮ ਕਾਰਪੋਰੇਸ਼ਨ। ਹੁਣ ONGC ਦੀ ਗੱਲ ਕਰੀਏ, ONGC ਕਦੋਂ ਫਾਰਮ ਹੋਈ ਸੀ, ਕਦੋਂ ਸਟੈਬਲਿਸ਼ ਹੋਈ ਸੀ? ਇਹਦਾ ਪਹਿਲਾ ਨੇਮ ਕੀ ਸੀਗਾ? ਠੀਕ ਹੈ, ਉਸ ਤੋਂ ਬਾਅਦ ਜਦੋਂ ਇਹਦਾ ਨਾਮ ਚੇਂਜ ਹੋਇਆ ਤਾਂ ਉਹ ਕਿਹੜੇ ਈਅਰ ਦੇ ਵਿੱਚ ਹੋਇਆ ਸੀ? ਇਹਦਾ ਨਾਮ ਚੇਂਜ ਪਹਿਲਾਂ ਇਹਦਾ ਕੀ ਨਾਮ ਸੀ, ਜਦੋਂ ਇਹਦਾ ਨਾਮ ਚੇਂਜ ਹੋਇਆ ਸੀ ਉਸ ਤੋਂ ਬਾਅਦ ਉਹ ਕਿਹੜੇ ਈਅਰ ਦੇ ਵਿੱਚ ਇਹਦਾ ਨਾਮ ਚੇਂਜ ਹੋਇਆ ਸੀ? Which is the state with the highest internet penetration in the India Equality Report 2022 Digital Divide Report by Oxfam? ਓਕੇ, ਅੱਜ ਦੀ ਨਿਊਜ਼ ਦੇ ਵਿੱਚੋਂ ਆ ਗਿਆ। ਹੁਣ ਤੋਂ ਪਹਿਲਾਂ ਜਿਹੜੇ ਕੁਐਸਚਨ ਕੀਤੇ ਸੀ ਉਹ ਜਿਹੜਾ ਆਪਾਂ ਸੈਚਰਡੇ ਨਿਊਜ਼ ਕੀਤੀ ਸੀ ਉਹਦੇ MCQ ਸੀਗੇ। ਓਕੇ, ਤਾਂ ਇਹਦੇ ਵਿੱਚ ਆਪਣੇ ਕੋਲ ਕੀ ਆ ਜਾਊਗਾ? ਕਿਹੜੀ ਐਜੀ ਸਟੇਟ ਹੈ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਇੰਟਰਨੈਟ ਹੈ ਯੂਜ਼ ਹੁੰਦਾ ਹੈ ਇੰਡੀਆ ਦੇ ਵਿੱਚ? ਤਾਂ ਆਪਣੇ ਉਹਦੇ ਵਿੱਚ ਕੀ ਆ ਗਿਆ? ਮਹਾਰਾਸ਼ਟਰ। ਉਹਦੇ ਵਿੱਚ ਕਿਹੜੀ ਸਟੇਟ ਆ ਗਈ? ਮਹਾਰਾਸ਼ਟਰ। ਠੀਕ ਹੈ, ਤਾਂ ਪਹਿਲੇ ਨੰਬਰ ਤੇ ਕਿਹੜੀ ਹੈ? ਮੈਕਸਿਮਮ ਇੰਡੀਆ ਪੈਨੀਟ੍ਰੇਸ਼ਨ। ਕੀ ਲਿਖਿਆ ਨਾ? ਹਾਈਐਸਟ ਇੰਟਰਨੈਟ ਪੈਨੀਟ੍ਰੇਸ਼ਨ ਲਿਖਿਆ। ਹਾਈਐਸਟ ਇੰਟਰਨੈਸ਼ਨਲ ਦੇ ਵਿੱਚ ਪਹਿਲੇ ਨੰਬਰ ਤੇ ਕੀ ਹੈ? ਮਹਾਰਾਸ਼ਟਰ ਦੇ। ਅਗਰ ਸੈਕਿੰਡ ਨੰਬਰ ਤੇ ਗੱਲ ਕਰੀਏ ਤਾਂ ਸੈਕਿੰਡ ਨੰਬਰ ਤੇ ਕਿਹੜੀ ਹੈ? ਥਰਡ ਨੰਬਰ ਤੇ ਕਿਹੜੀ ਹੈ? ਉਸ ਤੋਂ ਬਾਅਦ ਉਹ ਤਾਂ ਉਹਨੇ ਕਿਹਾ ਹਾਈਐਸਟ। ਅਗਰ ਮੈਂ ਇਹ ਪੁੱਛਾਂ ਲੋਐਸਟ ਇੰਟਰਨੈਟ ਪੈਨੀਟ੍ਰੇਸ਼ਨ ਕਿੱਥੇ ਹੋ ਰਹੀ ਹੈ, ਤਾਂ ਉਹਦੇ ਵਿੱਚ ਉਹ ਤਿੰਨ ਰਾਜ ਕਿਹੜੇ ਨੇ, ਤਿੰਨ ਸਟੇਟ ਕਿਹੜੀਆਂ ਨੇ ਇੰਡੀਆ ਦੇ ਜਿਹਦੇ ਵਿੱਚ ਸਭ ਤੋਂ ਲੋਐਸਟ ਹੋ ਰਹੀ ਹੈ? ਓਕੇ, ਹੁਣ ਇਸ ਨਿਊਜ਼ ਦੇ ਵਿੱਚ ਕੁਝ ਇੰਪੋਰਟੈਂਟ ਡਾਟਾ ਤੁਸੀਂ ਪਿਕ ਕਰਨਾ ਤੇ ਉਹ ਮੈਨੂੰ ਦੱਸਣਾ ਹੈ। ਉਹਦੇ ਵਿੱਚ ਕੀ ਕੀ ਚੀਜ਼ਾਂ ਆ ਜਾਣਗੀਆਂ? ਉਹਦੇ ਵਿੱਚ ਇਹ ਆ ਜਾਣਗੀ ਵੂਮੈਨਸ ਦਾ ਕੰਪੈਰੀਜ਼ਨ ਬਾਰੇ ਗੱਲ ਕੀਤੀ ਹੋਈ ਸੀ, ਉਹ ਡਾਟਾ ਪਿਕ ਕਰਕੇ ਦੱਸ ਦਿਓ। ਠੀਕ ਹੈ, ਸਟੂਡੈਂਟਸ ਬਾਰੇ ਗੱਲ ਕੀਤੀ ਹੋਈ ਸੀ, ਉਹ ਡਾਟਾ ਪਿਕ ਕਰਕੇ ਦੱਸ ਦਿਓ। ਇਹੋ ਜਿਹੀ ਚੀਜ਼ਾਂ ਜਿਹੜੀਆਂ ਕੁਝ ਇੰਪੋਰਟੈਂਟ ਸੀਗੀਆਂ ਉਹ ਪਿਕ ਕਰਕੇ ਲਿਖ ਦਿਓ ਵੀ ਆਹ ਕੁਝ ਕੰਪੈਰੀਜ਼ਨ ਹੋ ਰਹੀ ਸੀ ਜਿਹਦੀਆਂ ਗੱਲਾਂ ਹੋ ਰਹੀ ਸੀ ਇਸ ਨਿਊਜ਼ ਦੇ ਵਿੱਚ, ਜੋ ਚੀਜ਼ਾਂ ਇੰਪੋਰਟੈਂਟ ਸੀਗੀਆਂ। ਠੀਕ ਹੈ, which conference of parties COP is being organized in Montreal, Canada on biodiversity ਤੇ ਬਾਇਓਡਾਇਵਰਸਿਟੀ ਦੇ ਇੱਕ ਮੌਂਟਰੀਅਲ ਕੈਨੇਡਾ ਦੇ ਵਿੱਚ ਜਿਹੜੀ ਕਾਨਫਰੰਸ ਹੋ ਰਹੀ ਸੀ, ਕਾਨਫਰੰਸ ਆਫ ਪਾਰਟੀਜ਼ ਕਿੰਨਵੀਂ ਸੀਗੀ? ਤਾਂ ਆਪਣੇ ਕੋਲ ਕੀ ਆ ਜਾਊਗਾ? COP15। ਹੁਣ COP15 ਦੀ ਗੱਲ ਕਰੀਏ 2020 ਦੇ ਵਿੱਚ ਵੀ ਹੋਈ ਸੀ। 2020 ਦੇ ਵਿੱਚ ਕਿੱਥੇ ਹੋਈ ਸੀ? ਚਾਈਨਾ ਦੇ ਵਿੱਚ ਹੋਈ ਸੀ। ਚਾਈਨਾ ਦੇ ਵਿੱਚ ਕਿਹੜੀ ਜਗ੍ਹਾ ਸੀ? ਕਾਮਨਿੰਗ। ਠੀਕ ਹੈ, ਕਿਹੜੀ ਜਗ੍ਹਾ ਸੀ? ਕਾਮਨਿੰਗ ਜਗ੍ਹਾ ਸੀ ਜਿੱਥੇ ਹੋਈ ਸੀ। ਠੀਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਹਾਂ ਬਾਇਓਡਾਇਵਰਸਿਟੀ ਦੇ ਵਿੱਚ ਗੱਲ ਕਰੀਏ ਤਾਂ ਬਾਇਓਡਾਇਵਰਸਿਟੀ ਇੰਡੀਆ ਦੇ ਪੁਆਇੰਟ ਆਫ ਵਿਊ ਨਾਲ ਦੇਖੀਏ ਤਾਂ ਯੂਨੈਸਕੋ ਨੇ ਇਹੋ ਜਿਹੀਆਂ ਕਿੰਨੀਆਂ ਸਾਈਟ ਦੱਸੀਆਂ? ਯੂਨੈਸਕੋ ਨੇ ਵੱਲੋਂ ਕਿੰਨੀਆਂ ਇਹੋ ਜਿਹੀਆਂ ਲੋਕੇਸ਼ਨ ਹੈ ਇੰਡੀਆ ਦੇ ਵਿੱਚ ਜਿਨ੍ਹਾਂ ਨੂੰ ਬਾਇਓਡਾਇਵਰਸਿਟੀ ਰਿਜ਼ਰਵ ਦੇ ਵਿੱਚ ਗਿਣਿਆ ਗਿਆ? ਉਹ ਦੱਸ ਦਿਓ। ਇੰਪੋਰਟੈਂਟ ਇਹੋ ਜਿਹੇ ਕਿਹੜੇ ਮਤਲਬ ਸਪੀਸੀਸ ਨੇ, ਸਪੀਸੀਸ ਕਿੰਨੀਆਂ ਨੇ ਤੇ ਕਿਹੜੀਆਂ ਨੇ ਜਿਹੜੀਆਂ ਐਕਸਟਿੰਕਟ ਹੋ ਗਈਆਂ, ਉਹ ਕਿਹੜੀਆਂ ਨੇ ਜਿਹੜੀਆਂ ਐਂਡੇਂਜਰਡ ਦੇ ਵਿੱਚ ਆਈਆਂ? ਠੀਕ ਹੈ, ਉਹ ਐਂਡੇਂਜਰ ਦੇ ਵਿੱਚ ਆਈਆਂ ਉਹ ਕਿੰਨੀਆਂ ਨੇ ਤੇ ਕਿਹੜੀਆਂ ਨੇ? ਠੀਕ ਹੈ, ਉਸ ਤੋਂ ਬਾਅਦ ਪ੍ਰੋਪਰ ਲਿਸਟ ਜਿਹੜੀ ਪਿਛਲੇ ਸਾਲ 2021 ਦੇ ਵਿੱਚ ਦਿੱਤੀ ਗਈ ਸੀ, 2021 ਦੇ ਵਿੱਚ ਜਿਹੜਾ ਦੱਸਿਆ ਗਿਆ ਸੀ ਇੰਡੀਆ ਵੱਲੋਂ ਟੋਟਲ ਕਿੰਨੀਆਂ ਸਪੀਸੀਸ ਨੇ ਜਿਹੜੀਆਂ ਐਂਡੇਂਜਰ ਦੇ ਵਿੱਚ ਰੱਖੀਆਂ ਗਈਆਂ ਸੀ, ਕਿੰਨੀਆਂ ਸਪੀਸੀਸ ਦੀ ਐਂਡੇਂਜਰ ਦੇ ਵਿੱਚ ਦਿੱਤੀਆਂ ਸੀ ਸੀਗੀਆਂ, ਤੇ ਉਸ ਤੋਂ ਬਾਅਦ ਕਿੰਨੀਆਂ ਐਡ ਹੋਈਆਂ ਸੀ 2021 ਤੋਂ ਬਾਅਦ? 2021 ਤੋਂ ਬਾਅਦ ਕਿੰਨੀਆਂ ਐਡ ਹੋਈਆਂ ਸੀ? 20 ਐਡ ਹੋਈਆਂ ਸੀ। ਠੀਕ ਹੈ, ਇਹ ਤਾਂ ਮੈਂ ਲਿਖ ਹੀ ਦਿੱਤਾ। ਓਕੇ, ਚਲੋ ਇਹ ਸਾਰਾ ਕੁਝ ਦੱਸ ਦਿਓ, ਸਾਰੇ ਕੁਝ ਇੰਪੋਰਟੈਂਟ ਪੁਆਇੰਟਸ ਆ। ਠੀਕ ਹੈ, recently with which country has RBI made currency swap agreement? ਕਰੰਸੀ ਸਵਾਪ ਐਗਰੀਮੈਂਟ ਦੀ ਗੱਲ ਕਰੀ ਤਾਂ ਕਿਹੜੀ ਕੰਟਰੀ ਨਾਲ ਮਿਲ ਕੇ ਕੀਤਾ ਹੋਇਆ? ਤਾਂ ਉਹ ਕੀਤਾ ਮਾਲਦੀਵਸ ਨਾਲ। ਇੰਡੀਆ ਨੇ ਕਿਹਦੇ ਨਾਲ ਕੀਤਾ? ਮਾਲਦੀਵਸ ਨਾਲ। ਇੰਡੀਆ ਦੀ ਕਿਹੜੀ ਆ ਜੂਗੀ? ਇੰਡੀਆ ਦੀ RBI ਆ ਜੂਗੀ। ਮਾਲਦੀਵਸ ਦੀ ਕਿਹੜੀ ਆ ਜੂਗੀ? MMA ਕੀ ਹੈ? ਮਾਲਦੀਵ ਮੋਨੇਟਰੀ ਅਥਾਰਟੀ ਹੈ। ਓਕੇ,
In which city will the 43rd Internet Exchange of the National Internet Exchange of India be established recently? ਤਾਂ recently ਦੇਖਿਆ ਜਾਵੇ IEX recently ਕਿੱਥੇ ਮਤਲਬ ਕੀਤਾ ਗਿਆ ਤਾਂ ਆਪਣੇ ਕੋਲ ਕੀ ਆ ਜਾਊਗਾ ਵਿਸ਼ਾਖਾਪਟਨਮ ਦੇ ਵਿੱਚ 43rd ਹੈ ਜਿਹੜਾ ਕਿੱਥੇ ਸੀਗਾ ਵਿਸ਼ਾਖਾਪਟਨਮ ਦੇ ਵਿੱਚ ਸੀਗਾ। Who is the first woman president of the recent appointed TTFI? TTFI ਦੇ ਵਿੱਚ ਪਹਿਲੀ ਵਾਰ ਪਹਿਲੇ ਕਿਹੜੇ ਇਹ ਜਿਹੇ ਫਸਟ ਵੂਮਨ ਪ੍ਰੈਜ਼ੀਡੈਂਟ ਜਿਹੜੇ ਅਪਾਇੰਟ ਕੀਤੇ ਗਏ ਸਭ ਤੋਂ ਪਹਿਲੀ ਵਾਰ ਫਸਟ ਵੂਮਨ ਮਤਲਬ ਇਹ ਪੁਆਇੰਟ ਆਪਣੇ ਲਈ ਇੰਪੋਰਟੈਂਟ ਹੈ। ਫਸਟ ਵੂਮਨ ਹੈ TTFI ਦੀ ਗੱਲ ਹੋ ਰਹੀ ਹੈ ਤਾਂ ਆਪਣੇ ਕੋਲ ਕੀ ਆ ਜਾਊਗਾ ਮੇਘਨਾ ਅਲਾਵਤ। ਕੌਣ ਆ ਜਾਊਗਾ ਮੇਘਨਾ ਅਲਾਵਤ ਜੋ ਕਿ ਟੇਬਲ ਟੈਨਿਸ ਖੇਡਦੇ ਰਹੇ ਸੀ ਮਤਲਬ ਇੰਟਰਨੈਸ਼ਨਲ ਲੈਵਲ ਤੇ ਖੇਡਦੇ ਰਹੇ ਨੇ। Recently in which state Kathigai Deepam Rath Utsav was organized? ਹੁਣ ਅਗਰ ਗੱਲ ਕਰੀਏ ਕਾਥੀਗਾਈ ਦੀਪਮ ਰਥ ਉਤਸਵ ਦੀ ਗੱਲ ਕਰੀਏ ਤਾਂ ਇਹ ਕਿੱਥੇ ਆਰਗੇਨਾਈਜ਼ ਕੀਤਾ ਗਿਆ ਕਿਹੜੀ ਜਗ੍ਹਾ ਦੇ ਵਿੱਚ ਕੀਤਾ ਗਿਆ ਤਾਮਿਲਨਾਡੂ ਦੇ ਵਿੱਚ ਕੀਤਾ ਗਿਆ। ਕਿੱਥੇ ਕੀਤਾ ਗਿਆ ਤਾਮਿਲਨਾਡੂ ਦੇ ਵਿੱਚ ਕੀਤਾ ਗਿਆ। ਇਹ ਸਿਰਫ ਤੇ ਸਿਰਫ ਤਾਮਿਲਨਾਡੂ ਦੇ ਵਿੱਚ ਨਹੀਂ ਮਨਾਇਆ ਜਾਂਦਾ ਇਸ ਤੋਂ ਸਿਵਾ ਕੁਝ ਹੋਰ ਸਟੇਟਸ ਵੀ ਹੈਗੀਆਂ ਜਿੱਥੇ ਇਹ ਫੈਸਟੀਵਲ ਮਨਾਇਆ ਜਾਂਦਾ। ਉਹ ਸਟੇਟ ਕਿਹੜੀਆਂ ਕਿਹੜੀਆਂ ਨੇ ਤਾਮਿਲਨਾਡੂ ਦੇ ਵਿੱਚ ਇੱਕ ਜਗ੍ਹਾ ਹੈ ਮਾਧੁਰੀ ਜਿੱਥੇ ਮਨਾਇਆ ਜਾਂਦਾ ਲੇਕਿਨ ਮਾਧੁਰੀ ਦੇ ਵਿੱਚ ਕਿਹੜੀ ਜਗ੍ਹਾ ਮਾਧੁਰੀ ਦੇ ਵਿੱਚ ਕਿਹੜੀ ਜਗ੍ਹਾ ਜਿੱਥੇ ਸੈਲੀਬ੍ਰੇਟ ਕੀਤਾ ਜਾ ਰਿਹਾ ਵੱਡਾ ਜਿਹਾ ਨਾਮ ਸੀ ਨਾ याद है किसी ਨੂੰ चलो वो लिख दो ठीक है ओके फर्दर ये हाँ ये अगर इस फैसटीवल की गल करिए फैसटीवल की मनाया जाता है मोस्ट इंपोर्टेंट फैसटीवल मनाया जाता है या मोस्ट इदा कह लो तामिलनाडु का या माधुरी का ठीक है इंपोर्टेंट भी है तो काफ़ी वड्डा फैसटीवल भी है वो पिछे हुण एक रीज़न है हुण इस फैसटीवल बारे ना किसी लिटरेचर दे विच गल हुई है इस फैसटीवल बारे किसी लिटरेचर दे विच गल हुई है वो किहड़ा लिटरेचर सीगा ठीक है किन्ने साल पुराना वो लिटरेचर है ਉਹ ਲਿਟਰੇਚਰ ਦੇ ਵਿੱਚ ਇੱਕ ਹੋਰ ਲਿਟਰੇਚਰ ਹੈ ਜਿਹਦੇ ਵਿੱਚ ਪੋਇਮਸ ਲਿਖੀਆਂ ਹੋਈਆਂ ਪੋਇਮਸ ਦੇ ਵਿੱਚ ਗੱਲ ਹੋਈ ਹੈ ਇਸ ਫੈਸਟੀਵਲ ਦੇ ਵਿੱਚ ਕਿਹੜੀ ਕਾਰਤਿਕੇਯ ਦੀਪਮ ਫੈਸਟੀਵਲ ਦੀ ਗੱਲ ਹੋਈ ਹੈ ਠੀਕ ਹੈ। ਹੁਣ ਮੈਂ ਕਿਹੜੇ ਲਿਟਰੇਚਰ ਦੀ ਗੱਲ ਕਰ ਰਿਹਾ ਕਿਹੜੇ ਟਾਈਮ ਪੀਰੀਅਡ ਦੀ ਗੱਲ ਕਰ ਰਿਹਾ ਉਹਦੇ ਵਿੱਚ ਕਿਹੜੀ ਬੁੱਕ ਦੀ ਗੱਲ ਕਰ ਰਿਹਾ ਜਿਹਦੇ ਵਿੱਚ ਪੋਇਮਸ ਲਿਖੀਆਂ ਹੋਈਆਂ ਇਹ ਸਾਰੀਆਂ ਗੱਲਾਂ ਲਿਖ ਦਿਓ। Who was recently appointed as the chairman of NABARD? NABARD ਦੇ recently appointment chairman ਕੌਣ ਸੀ ਆਪਣੇ ਕੋਲ ਤਾਂ ਆਪਣੇ ਕੋਲ ਕੀ ਆ ਜਾਊਗਾ KV ਸ਼ਾਹ ਜੀ। ਕੌਣ KV ਸ਼ਾਹ ਜੀ recently appointed ਨੇ ਠੀਕ ਹੈ ਚੇਅਰਮੈਨ ਨੇ ਕਿੱਥੇ NABARD ਦੇ। NABARD ਦੀ ਗੱਲ ਕਰੀਏ ਕਦੋਂ ਫਾਰਮ ਹੋਈ ਸੀ ਜਾਂ ਐਸਟੈਬਲਿਸ਼ ਕਦੋਂ ਹੋਈ ਸੀ ਠੀਕ ਹੈ ਕਿਹੜੇ ਐਕਟ ਦੇ ਅੰਦਰ ਐਸਟੈਬਲਿਸ਼ ਹੋਈ ਸੀ ਠੀਕ ਹੈ ਬਸ ਬਹੁਤ ਹੈ ਨਾ। वीना नायर ऑफ इंडियन ओरिजिन वॉन PM's अवार्ड इन्हों केड़ा अवार्ड मिले PM अवार्ड मिले ऑफ द कंट्री ऑफ विच कंट्री फॉर अ स्पैशल कंट्रीब्यूशन इन द फील्ड ऑफ साइंस दे विच उन्होंने काफ़ी सारी मतलब स्पैशल कंट्रीब्यूशन दी है जिमें कि स्टीम हो गया ठीक है स्टीम रिलेटेड स्टीम दी एप्लीकेशन स्टीम दे यूसेज ये बारे काफ़ी सारी इन्होंने डिटेल के बच्चों को बहुत वधिया तरीके नाल समझाया प्रैक्टिकल एग्जाम्पल दे के समझाया जिदे करके इन्होंने साइंस के रिलेटेड ये अवार्ड मिले अवार्ड काहदा मिले इन्होंने PM अवार्ड मिले कितों का आस्ट्रेलिया का PM अवार्ड कितों का मिले इन्होंने आस्ट्रेलिया का PM अवार्ड मिले। इस तो पहला की गल करिए तो वीना नायर इस तो पहला UAE दे विच पढ़ा चुके इसका मतलब यह है कि हमेशा आस्ट्रेलिया दे विच नहीं पढ़ा रहे इस तो पहले अलग अलग कंट्रियां दे विच पढ़ा के आ चुके जिन्होंने एक कंट्री किहड़ी है UAE एक कंट्री है। चलो ओके चलो जी दैट्स ऑल फॉर टुडे आज लिए इतना बहुत है ठीक है ओके चलो फिर टेक केयर बाय बाय सी यू जय हिंद।